ਰਾਈਟ ਫਰੋਮ ਡਿਕਟੇਸ਼ਨਸ ਲਿਸਨਿੰਗ ਮਾਡਲ ਦੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਤੁਸੀਂ ਉਹਦਾ ਇਸ ਕੁਐਸਚਨ ਬਾਰੇ ਡਿਸਾਈਡ ਕਰ ਸਕਦੇ ਹੋ। ਸਕੋਰਿੰਗ ਕਰੈਕਟ ਜਾਂ ਇਨਕਰੈਕਟ, ਜੇ ਤੁਹਾਡਾ ਜਵਾਬ ਸਹੀ ਹੈ ਤੁਹਾਨੂੰ ਮਾਰਕਸ ਮਿਲਣਗੇ, ਜੇ ਜਵਾਬ ਨਹੀਂ ਸਹੀ ਤੁਹਾਨੂੰ ਮਾਰਕਸ ਨਹੀਂ ਮਿਲਣਗੇ। ਹਾਊ ਟੂ ਅਟੈਂਪਟ ਦਿਸ ਕੁਐਸਚਨ, ਹੁਣ ਦੇਖਦੇ ਹਾਂ ਇਸ ਕੁਐਸਚਨ ਨੂੰ ਕਿੱਦਾਂ ਅਟੈਂਪਟ ਕਰੀਏ। The audio begins to play automatically. You are only able to listen to the audio recording once. ਤੇ ਜਿਹੜੀ ਆਡੀਓ ਹੈ ਆਟੋਮੈਟਿਕਲੀ ਚੱਲਦੀ ਹੈ, ਤੁਸੀਂ ਆਡੀਓ ਨੂੰ ਇੱਕ ਵਾਰੀ ਸੁਣ ਸਕਦੇ ਹੋ, ਨਾ ਤੁਹਾਨੂੰ ਪਾਸ ਕਰ ਸਕਦੇ ਹੋ, ਨਾ ਉਹਨੂੰ ਫਾਰਵਰਡ, ਨਾ ਰਿਵਾਈਂਡ, ਨਾ ਰੀਪਲੇ ਕਰ ਸਕਦੇ ਹੋ। There are several possible response options but only one is correct. ਤੁਹਾਡੇ ਸਾਹਮਣੇ ਬੜੇ ਸਾਰੇ ਆਪਸ਼ਨਸ ਹੋਣਗੇ ਜਵਾਬ ਸਿਲੈਕਟ ਕਰਨ ਲਈ, ਪਰ ਇੱਕੋ ਹੀ ਆਪਸ਼ਨ ਉਹਨਾਂ ਦੇ ਵਿੱਚ ਸਹੀ ਜਵਾਬ ਹੋਣੀ ਹੈ। To select an option, click on it using the left button on your mouse. ਤੁਹਾਨੂੰ ਸਹੀ ਜਵਾਬ ਚੁਣਨ ਵਾਸਤੇ ਮਾਊਸ ਨੂੰ ਉਸ ਆਪਸ਼ਨ ਤੇ ਜਿਹੜੀ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉੱਥੇ ਲਿਆ ਕੇ ਲੈਫਟ ਬਟਨ ਨਾਲ ਕਲਿੱਕ ਕਰਨਾ ਹੈ। If you change your mind, left click on the option again to deselect it or left click on a different option. ਜੇ ਤੁਸੀਂ ਆਪਣਾ ਮਾਈਂਡ ਚੇਂਜ ਕਰਦੇ ਹੋ, ਤੁਹਾਨੂੰ ਲੱਗਦਾ ਜਿਹੜੀ ਆਪਸ਼ਨ ਤੁਸੀਂ ਸਿਲੈਕਟ ਕੀਤੀ ਹੈ ਉਹ ਸਹੀ ਨਹੀਂ ਹੈਗੀ, ਤੁਸੀਂ ਦੂਜੀ ਆਪਸ਼ਨ ਨਾਲ ਸਿਲੈਕਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਹੀ ਆਪਸ਼ਨ 'ਚ ਦੁਬਾਰਾ ਮਾਊਸ ਇੱਕ ਵਾਰ ਹੋਰ ਲੈਫਟ ਕਲਿੱਕ ਕਰੋਗੇ ਤੇ ਉਹ ਆਪਸ਼ਨ ਡੀਸਿਲੈਕਟ ਹੋ ਜਾਊਗੀ। ਹੁਣ ਤੁਸੀਂ ਦੂਜੀ ਆਪਸ਼ਨ ਨੂੰ ਸਿਲੈਕਟ ਕਰਨ ਵਾਸਤੇ ਉਸ ਆਪਸ਼ਨ ਤੇ ਮਾਊਸ ਨੂੰ ਲਿਜਾ ਕੇ ਤੁਸੀਂ ਕਰਸਰ ਲਿਜਾ ਕੇ ਉਹਨੂੰ ਲੈਫਟ ਕਲਿੱਕ ਕਰਕੇ ਸਿਲੈਕਟ ਕਰ ਸਕਦੇ ਹੋ। The option you select is highlighted in yellow. ਜਿਹੜੀ ਵੀ ਆਪਸ਼ਨ ਤੁਸੀਂ ਸਿਲੈਕਟ ਕਰੋਗੇ ਉਹ ਯੈਲੋ ਕਲਰ ਨਾਲ ਹਾਈਲਾਈਟ ਹੋ ਜਾਊਗੀ। ਮਾਰਕਿੰਗ ਕ੍ਰਾਈਟੇਰੀਆ, ਤੇ ਹੁਣ ਜਾਣਦੇ ਕਿਹੜੇ ਫੈਕਟਰਸ ਨੇ ਜਿਨ੍ਹਾਂ ਤੇ ਮਾਰਕਿੰਗ ਕ੍ਰਾਈਟੇਰੀਆ ਇਸ ਕੁਐਸਚਨ ਟਾਈਪ ਲਈ ਡਿਪੈਂਡ ਕਰਦਾ ਹੈ। Your response for select missing word is judged on your ability to predict what a speaker will say based on contextual clues in a recording. ਤੇ ਇਸ ਕੁਐਸਚਨ ਟਾਈਪ 'ਚ ਤੁਹਾਡਾ ਰਿਸਪੌਂਸ ਇਸ ਤਰ੍ਹਾਂ ਜੱਜ ਹੁੰਦਾ ਕਿ ਤੁਸੀਂ ਕਿਸੇ ਆਡੀਓ ਨੂੰ ਸੁਣਨ ਦੇ ਬਾਅਦ, ਕਿਸੇ ਸਪੀਕਰ ਨੇ ਜਿਹੜੀ ਗੱਲ ਕੀਤੀ ਉਹਨੂੰ ਸੁਣਨ ਦੇ ਬਾਅਦ ਉਹਦੇ ਸੰਦਰਭ ਦੇ ਜਿਹਨੇ ਉਹਨੇ ਹਿੰਟ ਦਿੱਤੇ, ਉਹਦੇ ਕਲੂਜ਼ ਨੇ ਉਸ ਰਿਕਾਰਡਿੰਗ 'ਚ, ਉਹਨਾਂ ਦੇ ਬੇਸ ਤੇ ਤੁਸੀਂ ਕਿੱਦਾਂ ਅੰਦਾਜ਼ਾ ਲਗਾਉਂਦੇ ਹੋ ਕਿ ਕਿਹੜੀ ਆਪਸ਼ਨ ਸਹੀ ਹੋਣੀ ਹੈ। ਤੇ ਤੁਹਾਨੂੰ ਉਸ ਸੰਦਰਭ ਨੂੰ ਸਮਝਣਾ ਹੈ। ਜੇ ਉਹ ਸੰਦਰਭ ਜਿਸ ਟੌਪਿਕ ਤੇ ਚੱਲਦਾ ਪਿਆ, ਜਿਹੜੇ ਟੌਪਿਕ ਬਾਰੇ ਗੱਲ ਹੁੰਦੀ ਪਈ ਹੈ, ਪੋਜ਼ਿਟਿਵ ਗੱਲ ਹੁੰਦੀ ਪਈ ਹੈ ਕਿ ਨੈਗੇਟਿਵ ਗੱਲ ਹੁੰਦੀ ਪਈ ਹੈ, ਉਹ ਤੁਹਾਨੂੰ ਸਮਝਣਾ ਹੈ। ਤੇ ਉਸੇ ਤਰ੍ਹਾਂ ਤੁਹਾਨੂੰ ਆਪਣੀ ਆਪਸ਼ਨਾਂ ਨੂੰ ਦੇਖ ਕੇ ਕਿਹੜੀ ਗੱਲ ਸਹੀ ਫਿਟ ਬੈਠਦੀ ਹੈ, ਕਿਹੜਾ ਆਪਸ਼ਨ ਸਹੀ ਫਿਟ ਬੈਠਦਾ, ਤੁਹਾਨੂੰ ਉਹ ਚੁਣਨਾ ਹੈ। Your response is scored as either correct or incorrect. ਤੁਹਾਡਾ ਜਵਾਬ ਜਾਂ ਤੇ ਸਹੀ ਹੋਣਾ ਜਾਂ ਤੇ ਗਲਤ ਹੋਣਾ ਹੈ। No credit is given for no response or an incorrect response. ਜੇ ਤੁਹਾਡਾ ਜਵਾਬ ਗਲਤ ਹੈ ਤਾਂ ਤੁਹਾਨੂੰ ਕੋਈ ਕ੍ਰੈਡਿਟ ਨਹੀਂ ਮਿਲੂਗਾ, ਕੋਈ ਸਕੋਰ ਨਹੀਂ ਮਿਲੂਗਾ, ਜਾਂ ਜੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਾਂ ਵੀ ਤੁਹਾਨੂੰ ਕੋਈ ਸਕੋਰ ਨਹੀਂ ਮਿਲੂਗਾ। This question type affects the scoring of only listening. ਇਸ ਕੁਐਸਚਨ ਟਾਈਪ ਨਾਲ ਲਿਸਨਿੰਗ ਮੋਡਿਊਲ 'ਚ ਸਕੋਰ ਮਿਲਦੇ ਨੇ। ਜੇ ਤੁਹਾਡਾ ਜਵਾਬ ਸਹੀ ਤੁਹਾਨੂੰ 1 ਸਕੋਰ ਮਿਲੂਗਾ, ਜੇ ਤੁਹਾਡਾ ਜਵਾਬ ਗਲਤ ਤੁਹਾਨੂੰ 0 ਸਕੋਰ ਮਿਲੂਗਾ। ਤੇ ਆਓ ਹੁਣ ਥੋੜੀ ਟਿਪਸ ਬਾਰੇ ਜਾਣਦੇ ਹਾਂ ਕਿਸ ਤਰ੍ਹਾਂ ਇਸ ਕੁਐਸਚਨ ਟਾਈਪ ਨੂੰ ਕਰੀਏ। To score well in this question type, you not only have to understand what is being said, but also understand the overall context and then decide which of the given options fit in that context. ਤੇ ਇਸ ਕੁਐਸਚਨ ਟਾਈਪ ਨੂੰ ਕਰਨ ਵਾਸਤੇ ਤੁਹਾਨੂੰ ਨਾ ਕੇਵਲ ਇੰਨਾ ਸਮਝਣਾ ਕਿ ਕੀ ਗੱਲ ਕਹੀ ਗਈ ਹੈ ਲਾਸਟ ਜਿਹਦੇ ਵਿੱਚ ਵਰਡ ਮਿਸਿੰਗ ਹੈ, ਬਲਕਿ ਤੁਹਾਨੂੰ ਪੂਰਾ ਜਿਹੜਾ ਕੰਟੈਕਸਟ ਹੈਗਾ ਉਹਨੂੰ ਸਮਝਣਾ, ਪੂਰਾ ਸੰਦਰਭ ਸਮਝਣਾ, ਉਹਦੇ ਵਿੱਚ ਕੀ ਟੋਨ ਹੈਗੀ, ਕਿਹਦੇ ਬਾਰੇ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਪਈ ਹੈ, ਤੇ ਉਸ ਨੂੰ ਸਮਝਣ ਦੇ ਬਾਅਦ ਹੀ ਤੁਸੀਂ ਆਪਣੀ ਸਹੀ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹੋ। Your understanding of English language, vocabulary, sentence usage, grammar can also be tested in this question type. ਤੇ ਇਸ ਕੁਐਸਚਨ ਟਾਈਪ 'ਚ ਤੁਸੀਂ ਤੁਹਾਡੀ ਸ਼ਬਦਕੋਸ਼ ਕਿੰਨਾ ਸਟਰੋਂਗ ਹੈਗਾ, ਤੁਸੀਂ ਸੈਂਟੈਂਸ ਨੂੰ ਕਿੱਦਾਂ ਯੂਜ਼ ਕਰਦੇ ਹੋ, ਤੁਹਾਡੀ ਵਿਆਕਰਣ ਕਿੱਦਾਂ ਦੀ ਹੈਗੀ ਹੈ, ਉਹ ਵਿਆਕਰਣ ਦੀ ਨੌਲੇਜ ਕਿੱਦਾਂ ਦੀ ਹੈਗੀ ਹੈ, ਉਸ ਬੇਸਿਸ ਤੇ ਵੀ ਤੁਹਾਡੀ ਬੜੀ ਹੈਲਪ ਹੁੰਦੀ ਹੈ। ਜੇ ਤੁਹਾਡੀ ਇਹਨਾਂ ਚੀਜ਼ਾਂ ਤੇ ਤੁਹਾਡੀ ਸਟਰੋਂਗ ਹੋਲਡ ਹੈਗੀ ਹੈ ਤਾਂ ਤੁਹਾਨੂੰ ਇਹ ਕੁਐਸਚਨ ਟਾਈਪ ਕਰਨ 'ਚ ਈਜ਼ੀਲੀ ਤੁਸੀਂ ਕਰ ਸਕਦੇ ਹੋ। You can think of this question type as made up of 2 parts. The first part is understanding what is being said, especially the last sentence and words before the beep. The second part is then picking out the word which can be put in place of the beep. ਤੇ ਇਸ ਕੁਐਸਚਨ ਟਾਈਪ 'ਚ 2 ਪਾਰਟਸ ਦੀ ਤਰ੍ਹਾਂ ਇਹਨੂੰ ਸਮਝਿਆ ਜਾ ਸਕਦਾ ਹੈ। ਪਹਿਲਾ ਪਾਰਟ ਤੇ ਹੈਗਾ ਕਿ ਸਾਨੂੰ ਆਡੀਓ ਨੂੰ ਸੁਣਨਾ, ਜਿਹੜੀ ਆਡੀਓ ਚੱਲਦੀ ਪਈ ਉਹਨੂੰ ਸਾਨੂੰ ਧਿਆਨ ਨਾਲ ਸੁਣਨਾ ਤੇ ਸਾਨੂੰ ਸਮਝਣਾ ਕਿ ਉਹਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਜਾਂਦੀ ਪਈ ਹੈ ਤੇ ਕਿਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਪਈ ਹੈ। ਤੇ ਖਾਸ ਕਰਕੇ ਜਿਹੜਾ ਲਾਸਟ ਸੈਂਟੈਂਸ ਹੈ ਜਿੱਥੇ ਬੀਪ ਆਣੀ ਹੈ, ਜਿੱਥੇ ਵਰਡਸ ਮਿਸਿੰਗ ਨੇ, ਉਹ ਸਾਨੂੰ ਬੜੇ ਧਿਆਨ ਨਾਲ ਸੁਣਨਾ ਹੈ। ਤੇ ਇਹਦਾ ਸੈਕੰਡ ਪਾਰਟ ਇਹ ਹੈਗਾ ਕਿ ਜਿਹੜੀ ਆਪਸ਼ਨ ਸਾਡੇ ਸਾਹਮਣੇ ਨਜ਼ਰ ਆਉਂਦੀ ਪਈ ਹੈ, ਹੁਣ ਸਾਨੂੰ ਉਹਨਾਂ ਆਪਸ਼ਨਾਂ 'ਚੋਂ ਇੱਕ ਜਿਹੜਾ ਸਹੀ ਜਵਾਬ ਹੈ ਉਹ ਸਿਲੈਕਟ ਕਰਨਾ। ਤੇ ਥੋੜੀ ਹੋਰ ਟਿਪਸ ਬਾਰੇ ਜਾਣਦੇ ਹਾਂ। Pay attention to the audio, especially in the last part of it. Be ready to listen as soon as the audio starts and try to understand its theme.
more you can understand, the easier it will be to decide which word out of the given options fit into that context. ਤੇ ਦੋਸਤੋ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਆਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਹੈ, ਖਾਸ ਕਰਕੇ ਜਿਹੜਾ ਉਹਦਾ ਲਾਸਟ ਪਾਰਟ ਹੈ ਜਿੱਥੇ ਬੀ ਪਾਉਣੀ ਹੈ, ਜਿੱਥੇ ਵਰਡ ਮਿਸਿੰਗ ਹੈ, ਉਹ ਤੁਹਾਨੂੰ ਬੜੇ ਹੀ ਧਿਆਨ ਨਾਲ ਸੁਣਨਾ ਹੈ। ਤੇ ਨਾਲੋਂ ਨਾਲ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੈ, ਇਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਕਿ ਉਸ ਟੌਪਿਕ, ਉਸ ਆਡੀਓ ਵਿੱਚ ਕਿਸ ਥੀਮ ਬਾਰੇ ਗੱਲ ਹੁੰਦੀ ਪਈ ਹੈ, ਕਿਹੜੀ ਟੌਪਿਕ ਚੱਲਦਾ ਪਿਆ, ਤੇ ਤੁਹਾਨੂੰ ਉਸ ਓਵਰਆਲ ਥੀਮ ਨੂੰ ਸਮਝ ਕੇ ਤੁਹਾਨੂੰ ਆਪਸ਼ਨਾਂ ਚੋਂ ਇੱਕ ਸਹੀ ਜਵਾਬ ਸਿਲੈਕਟ ਕਰਨ ਦਾ ਸੋਲੂਸ਼ਨ ਤੁਹਾਨੂੰ ਹੈਲਪ ਮਿਲੇਗੀ। Keep an eye on the progress bar. You should be extra attentive as it approaches the end. Make sure not to miss the last few words. Once you have this information, then the next step is to decide which of the given options will go with it. ਤੇ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਕਿ ਤੁਹਾਨੂੰ ਆਡੀਓ ਨੂੰ ਬੜੇ ਧਿਆਨ ਨਾਲ ਸੁਣਨਾ ਹੈ, ਤੇ ਜਿਹੜਾ ਪ੍ਰੋਗਰੈਸ ਬਾਰ ਹੈ ਉਹ ਤੁਹਾਨੂੰ ਇਹ ਦੱਸੂਗਾ ਕਿ ਆਡੀਓ ਕਿੰਨੇ ਚਿਰ ਤੱਕ ਚੱਲਣੀ ਹੈ, ਤੇ ਜਦੋਂ ਤੁਹਾਡਾ ਪ੍ਰੋਗਰੈਸ ਬਾਰ ਐਂਡ ਤੱਕ ਪਹੁੰਚਣ ਵਾਲਾ ਹੋਣਾ ਹੈ ਤਾਂ ਤੁਹਾਨੂੰ ਹੋਰ ਥੋੜਾ ਅਟੈਂਟਿਵ ਹੋ ਕੇ ਸੁਣਨਾ, ਕਿਉਂਕਿ ਐਂਡ 'ਚ ਹੀ ਤੁਹਾਡੇ ਵਰਡ ਮਿਸਿੰਗ ਹੋਣੇ ਨੇ, ਤੇ ਸਾਨੂੰ ਲਾਸਟ ਲਾਈਨ ਸੁਣਨੀ ਬਹੁਤ ਜ਼ਰੂਰੀ ਹੈ, ਤਾਂ ਕਰਕੇ ਅਸੀਂ ਇਹ ਪਤਾ ਕਰ ਸਕਦੇ ਹਾਂ ਕਿ ਜਿਹੜਾ ਵਰਡ ਮਿਸਿੰਗ ਹੈ ਜਿੱਥੇ ਬੀ ਪਾਈ ਹੈ ਉੱਥੇ ਕਿਹੜੀ ਆਪਸ਼ਨ ਸਹੀ ਬੈਠਦੀ ਹੈ। ਤੇ ਸਾਨੂੰ ਪ੍ਰੋਗਰੈਸ ਬਾਰ ਤੇ ਇੱਕ ਆਪਣਾ ਧਿਆਨ ਰੱਖਣਾ ਹੈ, ਜਦੋਂ ਉਹ ਲਾਸਟ ਤੇ ਪਹੁੰਚੇਗਾ ਸਾਨੂੰ ਪੂਰੇ ਅਟੈਂਟਿਵ ਹੋ ਕੇ ਉਹਨੂੰ ਸੁਣਨਾ ਹੈ ਆਡੀਓ ਨੂੰ। Start picking the options one by one and add to the last few words that you captured. Does it make sense? Does it complete the incomplete sentence? These are the questions you should ask yourself. If a given option answers positively to all these questions, that is your correct option. ਦੋਸਤੋ ਜਦੋਂ ਤੁਸੀਂ ਆਪਸ਼ਨ ਸਿਲੈਕਟ ਕਰਨੀ ਹੈ, ਤੁਸੀਂ ਇੱਕ ਇੱਕ ਕਰਕੇ ਆਪਸ਼ਨ ਨੂੰ ਸਿਲੈਕਟ ਕਰਕੇ ਵੇਖੋ ਕਿ ਜਿਹੜਾ ਲਾਸਟ ਲਾਈਨ ਬੋਲੀ ਗਈ ਸੀ ਉਹਦੇ ਵਿੱਚ ਕੀ ਉਹ ਸੈਂਟੈਂਸ ਪਾਉਣ ਨਾਲ ਕੋਈ ਸੈਂਸ ਬੰਦੀ ਪਈ ਹੈ, ਕਿ ਉਸ ਜਿਹੜਾ ਸੈਂਟੈਂਸ ਕੰਪਲੀਟ ਸੀ ਹੁਣ ਕੰਪਲੀਟ ਲੱਗਦਾ ਪਿਆ, ਤੇ ਜੇ ਤੁਹਾਨੂੰ ਲੱਗਦਾ ਕਿ ਉਸ ਜਿਹੜੀ ਵੀ ਆਪਸ਼ਨ ਦੇ ਨਾਲ ਤੁਹਾਨੂੰ ਲੱਗਦਾ ਕਿ ਇਸ ਸਵਾਲਾਂ ਦਾ ਤੁਹਾਨੂੰ ਜਵਾਬ ਮਿਲਦਾ ਪਿਆ ਕਿ ਤੁਹਾਡਾ ਸੈਂਟੈਂਸ ਵੀ ਕੰਪਲੀਟ ਹੋ ਗਿਆ ਤੇ ਤੁਹਾਡਾ ਉਹਦਾ ਮੀਨਿੰਗ ਵੀ ਬਣਦਾ ਪਿਆ, ਤੇ ਉਸ ਆਪਸ਼ਨ ਨੂੰ ਤੁਸੀਂ ਸਿਲੈਕਟ ਕਰਕੇ ਆਪਣਾ ਸਹੀ ਜਵਾਬ ਚੂਜ਼ ਕਰ ਸਕਦੇ ਹੋ। ਤੇ ਹੁਣ ਅਸੀਂ ਕੁਐਸਚਨ ਟਾਈਪ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ। South Korea is planning to move its capital from Seoul to a new site in the middle of the country. Although Seoul has been the capital since the 14th century, the city of over 20 million is now very crowded, and also close to the hostile armies of North Korea. The new capital is planned to cost $45 billion, with construction finishing by 2012. There is, however, strong opposition to the project, since similar schemes in other countries have taken far longer and cost much more than originally. ਤੇ ਦੋਸਤੋ ਇਸ ਆਡੀਓ ਵਿੱਚ ਸਾਊਥ ਕੋਰੀਆ ਦੇ ਪਲੈਨਿੰਗ ਬਾਰੇ ਗੱਲ ਹੁੰਦੀ ਪਈ ਹੈ, ਤੇ ਜੇ ਤੁਸੀਂ ਪੂਰਾ ਆਡੀਓ ਨਹੀਂ ਵੀ ਸੁਣ ਪਾਏ ਤੇ ਵੀ ਲਾਸਟ ਲਾਈਨ 'ਚ ਜੋ ਕਿਹਾ ਗਿਆ ਜੇ ਤੁਸੀਂ ਉਹ ਵੀ ਸੁਣਿਆ ਤਾਂ ਵੀ ਆਪਸ਼ਨ ਨੂੰ ਸੈੱਟ ਕੀਤਾ ਜਾ ਸਕਦਾ ਹੈ। ਔਰ ਲਾਸਟ ਲਾਈਨ 'ਚ ਜਿੱਦਾਂ ਕਿਹਾ ਜਾਂਦਾ ਪਿਆ ਸੀ ਕਾਸਟ ਮੋਰ ਦੈਨ ਓਰੀਜਨਲੀ, ਤੇ ਮੈਨੇ ਜਿੰਨਾ ਪਹਿਲਾਂ ਸੋਚਿਆ ਗਿਆ ਸੀ ਉਦੋਂ ਤੋਂ ਜ਼ਿਆਦਾ ਖਰਚ ਹੋ ਗਿਆ, ਤੇ ਜਿਹੜੇ ਲਾਸਟ ਵਰਡ ਹੈ ਓਰੀਜਨਲੀ, ਜੇ ਤੁਸੀਂ ਕੁਝ ਪਹਿਲਾਂ ਖਰਚਾ ਸੋਚਿਆ ਹੋਇਆ ਤੇ ਤੁਸੀਂ ਕੀ ਉਹਨੂੰ ਟਰੈਕ ਕਰਦੇ ਹੋ, ਕਿ ਤੁਸੀਂ ਉਹਨੂੰ ਗਿਵਨ ਕਰਦੇ ਹੋ, ਕਿ ਤੁਸੀਂ ਉਹਨੂੰ ਪ੍ਰੀਪੇਅਰ ਕਰਦੇ ਹੋ, ਨਹੀਂ ਨਾ, ਤੁਸੀਂ ਉਹਨੂੰ ਪਲਾਨ ਕਰਦੇ ਹੋ, ਤੇ ਇੱਥੇ ਆਉਣਾ ਚਾਹੀਏ ਵਿਚ ਓਰੀਜਨਲੀ ਪਲਾਨਡ। ਤੇ ਹੁਣ ਆਪਣਾ ਆਨਸਰ ਚੈੱਕ ਕਰਦੇ ਹਾਂ, ਤੇ ਪਲਾਨ ਸਾਡਾ ਸਹੀ ਆਨਸਰ ਹੈ। ਤੇ ਇਸ ਤਰ੍ਹਾਂ ਅਸੀਂ ਇਹ ਕੁਐਸਚਨ ਟਾਈਪ ਨੂੰ ਕਰ ਸਕਦੇ ਹਾਂ, ਸਿਲੈਕਟ ਮਿਸਿੰਗ ਵਰਡ ਕੁਐਸਚਨ ਟਾਈਪ ਨੂੰ। Select missing word is probably the least scoring question type of PTE. One must not spend a lot of time on such questions. ਤੇ ਦੋਸਤੋ ਸਿਲੈਕਟ ਮਿਸਿੰਗ ਵਰਡ ਜਿੱਦਾਂ ਅਸੀਂ ਦੇਖਿਆ ਇੱਕੋ ਸਕੋਰ ਮਿਲਦਾ, ਤੇ ਇਸ ਹਿਸਾਬ ਨਾਲ ਇਹ ਸਭ ਤੋਂ ਘੱਟ ਸਕੋਰ ਵਾਲਾ ਕੁਐਸਚਨ ਟਾਈਪ ਹੋ ਸਕਦਾ ਪੀਟੀ ਦਾ, ਸਭ ਤੋਂ ਘੱਟ ਸਕੋਰਿੰਗ ਕੁਐਸਚਨ ਹੈ, ਤਾਂ ਕਰਕੇ ਸਾਨੂੰ ਆਪਣੀ ਜਜਮੈਂਟ ਯੂਜ਼ ਕਰਨੀ ਹੈ, ਤੇ ਸਾਨੂੰ ਇਸ ਕੁਐਸਚਨ ਟਾਈਪ 'ਚ ਜ਼ਿਆਦਾ ਟਾਈਮ ਸਪੈਂਡ ਨਹੀਂ ਕਰਨਾ ਹੈ। ਜਦੋਂ ਆਡੀਓ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ 5 ਤੋਂ 10 ਸੈਕਿੰਡ ਹੀ ਇਹਦੇ 'ਤੇ ਸਪੈਂਡ ਕਰੀਏ, ਤੇ ਆਪਣਾ ਆਪਸ਼ਨ ਨੂੰ ਕਲਿੱਕ ਕਰਕੇ ਅਸੀਂ ਨੈਕਸਟ ਕੁਐਸਚਨ ਤੇ ਵਾਸਤੇ ਕਲਿੱਕ ਕਰੀਏ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ, ਤੇ ਸਾਡਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ।